ਵੈਲਕਮ ਐਂਡ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਡੈਸਟੀਨੇਸ਼ਨ ਅਵੇਅਰਨੈਸ ਤੁਸੀਂ ਦੇਖ ਰਹੇ ਹੋ। ਵੀਜ਼ਾ ਰਿਲੇਟਡ ਅਹਿਮ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਵੀਜ਼ਾ ਐਕਸਪਰਟ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ, ਕਿਉਂਕਿ ਵਿਦੇਸ਼ ਜਾਣ ਦੇ ਬਹੁਤ ਸਾਰੇ ਲੋਕ ਚਾਹਵਾਨ ਨੇ, ਲੇਕਿਨ ਬਹੁਤ ਸਾਰੀਆਂ ਕਨਫਿਊਜ਼ਨ ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦੀਆਂ, ਕਿਸ ਕੰਟਰੀ ਜਾਇਆ ਜਾਵੇ, ਕਿਸ ਤਰੀਕੇ ਦੇ ਨਾਲ ਜਾਇਆ ਜਾਵੇ। ਸੋ ਵੀਜ਼ਾ ਰਿਲੇਟਡ ਖਾਸ ਜਾਣਕਾਰੀਆਂ ਦੇ ਲਈ ਅੱਜ ਆਪਣੇ ਨਾਲ ਮੌਜੂਦ ਨੇ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਸੋ ਕਨੈਕਟ ਓਵਰਸੀਜ਼ ਸੈਕਟਰ 17 ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਫਿਸ ਹੈ। ਪਿਛਲੇ 30 ਸਾਲ ਤੋਂ ਵੀਜ਼ਾ ਸਰਵਿਸਿਜ਼ ਇਹਨਾਂ ਦੇ ਵੱਲੋਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ। ਅਗਰ ਕੋਈ ਵੀ ਸਵਾਲ ਵੀਜ਼ਾ ਦੇ ਰਿਲੇਟਡ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ, ਕੋਈ ਜਾਣਕਾਰੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, ਤਾਂ ਸੈਕਟਰ 17 ਚੰਡੀਗੜ੍ਹ ਇਹਨਾਂ ਦੇ ਆਫਿਸ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਦਰਵਾਈਜ਼ ਜੋ ਇਹਨਾਂ ਦੇ ਨੰਬਰ ਹੈ ਉਹ ਆਪਣੀ ਸਕਰੀਨ ਤੇ ਫਲੈਸ਼ ਕਰ ਰਹੇ ਹੈ, ਫੋਨ ਚੁੱਕੋ, ਨੰਬਰ ਡਾਇਲ ਕਰੋ ਤੇ ਕਿਸੇ ਵੀ ਵੇਲੇ ਤੁਸੀਂ ਸਰ ਦੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ। ਤੇ ਅੱਜ ਵੀ ਆਪਾਂ ਵੀਜ਼ਾ ਰਿਲੇਟਡ ਖਾਸ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਰ, ਜਿਵੇਂ ਕਿ ਆਪਾਂ ਹਰ ਵਾਰ ਜਾਂ ਤਾਂ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ਰਿਲੇਟਡ ਖਾਸ ਗੱਲਬਾਤ ਕਰਦੇ, ਇਸ ਵਾਰ ਮੈਂ ਚਾਹੂੰਗੀ ਆਪਾਂ ਗੱਲ ਕਰੀਏ ਨਰਸਿੰਗ ਵੀਜ਼ਾ ਦੇ ਰਿਲੇਟਡ। ਬਹੁਤ ਸਾਰੇ ਸਵਾਲ ਹੁੰਦੇ ਆ। ਅਗਰ ਨਰਸਿੰਗ ਦੇ ਕਰਨ ਦੇ ਲਈ ਕੋਈ ਵੀ ਉੱਥੇ ਜਾਣਾ ਚਾਹੁੰਦਾ ਵਿਦੇਸ਼, ਤਾਂ ਕਿਹੜੀ ਕੰਟਰੀ ਸਭ ਤੋਂ ਪਹਿਲਾਂ ਬੈਟਰ ਹੈ ਉਹਨਾਂ ਦੇ ਲਈ? ਦੇਖੋ ਬਾਨੇ ਸਾਰੀ ਕੰਟਰੀਆਂ ਬੈਟਰ ਹੈਗੀ ਜੀ, ਪਰ ਜੇ ਆਪਾਂ ਸਪੈਸ਼ਲੀ ਨਰਸਿਸ ਦੀ ਗੱਲ ਕਰੀਏ, ਅਗਰ ਨਰਸਿੰਗ ਕਰਨੀ ਹੈ ਤੇ ਆਸਟ੍ਰੇਲੀਆ ਵਿੱਚ 3 ਸਾਲ ਦੀ ਨਰਸਿੰਗ ਹੈ। ਐਂਡ ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ 4 ਸਾਲ ਡਿਊਰੇਸ਼ਨ ਨਰਸਿੰਗ ਹੈ। ਸੋ ਐਂਡ ਕੈਨੇਡਾ ਵਿੱਚ ਸੁਪਰ ਵਿਦ ਮੈਥਮੈਟਿਕਸ ਚਾਹੀਦਾ, ਐਂਡ ਆਸਟ੍ਰੇਲੀਆ ਵਿੱਚ ਨਾਰਮਲ ਮੇਨ ਮੈਡੀਕਲ ਸਬਜੈਕਟ ਦੇ ਨਾਲ ਕਰ ਸਕਦੇ ਹਾਂ, ਬਟ ਯੈਸ ਓਵਰਆਲ 7 ਬੈਂਡ ਚਾਹੀਦਾ। ਐਂਡ ਜਿਹੜੇ ਆਲਰੇਡੀ ਨਰਸਿਸ ਕਰ ਚੁੱਕੇ ਹੈ, ਜਿਸ ਤਰ੍ਹਾਂ GNM ਕੀਤੀ ਹੈ, ਕਿਸੇ ਨੇ BSc ਨਰਸਿੰਗ ਕੀਤੀ ਹੈ, ਉਹਨਾਂ ਵਾਸਤੇ ਇੱਕ ਅਸੀਂ ਗੋਲਡਨ ਓਪਰਚੁਨਿਟੀ ਲੈ ਕੇ ਆਏ ਹਾਂ ਜੀ। ਸੋ ਜਿਵੇਂ ਕਿ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਨਰਸਿੰਗ ਦੀ ਗੱਲ ਕਰ ਰਹੇ ਹਾਂ, ਸੋ ਅਗਰ ਤੁਸੀਂ ਜਿਵੇਂ ਕਿਹਾ ਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕਿ 7 ਬੈਂਡ ਉਹਨਾਂ ਦੇ ਆਉਣੇ ਚਾਹੀਦੇ, ਅਗਰ ਕਿਸੇ ਦੇ 7 ਬੈਂਡ ਨਹੀਂ ਆਉਂਦੇ ਤਾਂ ਕੀ ਉਹ ਅਪਲਾਈ ਕਰ ਸਕਦਾ ਸਰ ਇਸ ਲਈ? ਡੈਫੀਨੇਟਲੀ ਜੀ, ਮੈਂ ਤਾਂ ਹੀ ਪਹਿਲੇ ਵੀ ਮੈਂਸ਼ਨ ਕੀਤਾ ਗੋਲਡਨ ਓਪਰਚੁਨਿਟੀ ਹੈ। ਜਿਹੜੇ ਸਾਡੇ BSc ਨਰਸਿੰਗ ਜਿਨ੍ਹਾਂ ਨੇ ਕੀਤੀ ਹੈ ਐਂਡ ਜਿਨ੍ਹਾਂ ਦੇ ਓਵਰਆਲ 6 ਬੈਂਡ ਹੈ, 6.5 ਬੈਂਡ ਹੈ, ਇਹ ਆ ਜਿਹੜੇ 7 ਬੈਂਡ ਨਹੀਂ ਮੀਟ ਕਰ ਪਾ ਰਹੇ, ਉਹਨਾਂ ਵਾਸਤੇ ਅੱਜ ਦੀ ਡੇਟ ਵਿੱਚ ਇੱਕ ਪ੍ਰੋਗਰਾਮ ਆਇਆ, ਇੱਕ ਪ੍ਰੋਜੈਕਟ ਆਇਆ ਜਿਸ ਦੇ ਵਿੱਚ ਉਹ ਸਰਟੀਫਿਕੇਟ 3 ਇਨ ਇੰਡੀਵਿਜੂਅਲ ਸਪੋਰਟ ਕੇਅਰ ਵਰਕਰ ਦਾ ਕੋਰਸ ਕਰ ਸਕਦੇ ਹੋ। ਇਹ ਜਿਹੜਾ ਕੋਰਸ ਹੈਗਾ, ਇਹ ਤੁਸੀਂ ਇੰਡੀਆ ਬੈਠ ਕੇ ਕਰ ਸਕਦੇ ਹੋ। ਇਹਦੇ ਜਿਹੜੇ ਪ੍ਰੈਕਟੀਕਲ ਕੰਪੋਨੈਂਟ ਹੈ ਉਹ ਤੁਸੀਂ ਆਸਟ੍ਰੇਲੀਆ ਜਾ ਕੇ ਕਰਨੇ ਆ, ਠੀਕ ਹੈ ਜੀ। ਐਂਡ ਇਸ ਤੋਂ ਬਾਅਦ ਦੀ ਸੇਮ ਕਾਲਜ ਜਿਹੜਾ ਤੁਹਾਨੂੰ ਕੋਰਸ ਕਰਵਾ ਰਿਹਾ ਹੈਗਾ, ਦੀ ਸੇਮ ਕਾਲਜ ਤੁਹਾਨੂੰ ਵਰਕ ਦਿਲਵਾ ਕੇ ਦੇ ਰਿਹਾ। ਆਈ ਮੀਨ ਉਹ ਇਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰਾ ਕੇ ਦੇ ਰਿਹਾ ਵਿਦ ਵੇਰੀਅਸ ਕਮਿਊਨਿਟੀ ਸੈਂਟਰਸ। ਐਂਡ ਦੀ ਬੈਸਟ ਪਾਰਟ ਇਜ਼ ਦੀ ਆਵਰਲੀ ਰੇਟ ਇਜ਼ ਟੂ ਗੁੱਡ। $31 ਪਰ ਘੰਟੇ ਦੇ ਹਿਸਾਬ ਨਾਲ ਇਹਨਾਂ ਨੂੰ ਜੌਬ ਆਫਰਸ ਮਿਲ ਰਹੀਆਂ ਐਂਡ ਫੁੱਲ ਟਾਈਮ। ਸੋ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਸਰ ਕਿ ਇੰਡੀਆ ਬੈਠ ਕੇ ਉਹ ਆਪਣੇ ਕੋਰਸਿਸ ਕਰ ਸਕਦੇ, ਸੋ ਇਹ ਵੀਜ਼ਾ ਦੀ ਕੈਟਾਗਰੀ ਆਪਾਂ ਕਿਹੜੀ ਕਹਿ ਸਕਦੇ ਹਾਂ? ਸਟੂਡੈਂਟ ਕਹਿ ਸਕਦੇ ਹਾਂ ਕਿ ਕਿਉਂਕਿ ਉਹ ਕੋਰਸ ਕਰ ਰਹੇ ਆ ਫਿਲਹਾਲ? ਡੈਫੀਨੇਟਲੀ ਜੀ, ਇਹ ਕੈਟਾਗਰੀ ਸਟੂਡੈਂਟ ਵੀਜ਼ਾ ਨਹੀਂ ਹੈਗੀ ਜੀ। ਐਂਡ ਦੇ ਆਰ ਡਿਫਰੈਂਟ ਕੈਟਾਗਰੀਜ਼। ਸੋ ਆਈ ਐਮ ਜਸਟ ਸ਼ੋਇੰਗ ਕਿ ਸਾਡੇ ਇਹ 5 ਵੀਜ਼ਾ ਇੱਕ ਦਿਨ 'ਚ ਆਏ ਆ। ਦਿਸ ਇਜ਼ ਸਬ ਕਲਾਸ 408 ਕੈਟਾਗਰੀ, ਜਿਸ ਦੇ ਬੇਸ 'ਤੇ ਨਰਸਿਸ ਨੂੰ ਵੀਜ਼ਾ ਗ੍ਰਾਂਟ ਦਿੱਤਾ ਗਿਆ ਹੈਗਾ। ਐਂਡ ਦਿਸ ਇਜ਼ 13 ਮੰਥ ਜਾਂਦੇ ਹੀ ਦੇ ਆਰ getting employed. So one is this category, but ਹੁਣ ਕਿਉਂਕਿ ਕੋਵਿਡ, this was a COVID category ਜਿਹੜੀ ਬੰਦ ਕਰਤੀ ਹੈ। ਦੀ ਨੈਕਸਟ ਕੈਟਾਗਰੀ ਜਿਹੜੀ ਟ੍ਰੇਨਿੰਗ ਲਈ ਆ ਰਹੀ, ਇੱਕ ਹੈਗੀ ਸਬ ਕਲਾਸ 407 ਐਂਡ ਇੱਕ ਹੈਗੀ ਸਬ ਕਲਾਸ 482। ਨਾਓ ਜਿਹੜੀ ਸਬ ਕਲਾਸ 482 ਕੈਟਾਗਰੀ ਸਟ੍ਰੇਟ ਅਵੇ 2 years ਦਾ ਵਰਕ ਪਰਮਿਟ ਦੇ ਕਰਵਾ ਰਹੀ ਹੈ ਸਟੂਡੈਂਟਸ ਨੂੰ ਐਂਡ ਐਕਸਟੈਂਡੇਬਲ ਟੂ 4 years। ਸੋ ਜਿਵੇਂ ਕਿ ਸਰ ਸਟੂਡੈਂਟ ਵੀਜ਼ਾ ਦੇ ਇੱਕ ਹੁੰਦੇ ਇਨਟੇਕਸ ਹੁੰਦੇ ਆ ਕਿ ਇਸ ਇਨਟੇਕ ਦੇ ਵਿੱਚ ਜਾ ਸਕਦੇ ਹੋ ਜਾਂ ਉਸ ਇਨਟੇਕ ਦੇ ਵਿੱਚ ਜਾ ਸਕਦੇ ਹੋ। ਸੋ ਇਹਦੇ ਲਈ ਵੀ ਜਿਵੇਂ ਤੁਸੀਂ ਕਿਹਾ ਕਿ ਇੱਥੇ ਬੈਠੇ ਤੁਸੀਂ ਇੱਕ ਕੋਰਸ ਕਰਾਇਆ ਜਾਊਗਾ, ਉਸ ਕੋਰਸ ਦੇ ਲਈ ਵੀ ਕੋਈ ਇੱਕ ਪਰਟੀਕੂਲਰ ਇਨਟੇਕਸ ਹੁੰਦੇ ਆ ਜਾਂ ਕਿਸੇ ਵੀ ਵੇਲੇ ਆਪਾਂ ਅਪਲਾਈ ਕਰਕੇ ਉਹ ਕੋਰਸਸ ਚੂਜ਼ ਕਰ ਸਕਦੇ ਹਾਂ? ਮਾਨੇ ਇਹਨਾਂ ਦੇ ਵੀ ਇਨਟੇਕਸ ਹੈਗੇ ਜੀ। ਜਿਸ ਤਰ੍ਹਾਂ ਨੈਕਸਟ ਇਨਟੇਕ ਅਕਤੂਬਰ ਵਿੱਚ ਸ਼ੁਰੂ ਹੋ ਰਿਹਾ ਜੀ। ਸੋ ਕੁਆਰਟਰਲੀ ਇਨਟੇਕਸ ਹੈਗੇ ਜਿਹੜਾ ਕਾਲਜ ਸ਼ੁਰੂ ਕਰਦਾ ਜੀ। ਬਾਕੀ ਉਸ ਤੋਂ ਬਾਅਦ ਜਦ ਕਾਲਜ ਇਹਨਾਂ ਨਾਲ ਕੋਰਸਿਸ ਸ਼ੁਰੂ ਕਰਦੇ, ਕਾਲਜ ਇਹਨਾਂ ਨਾਲ ਡਾਇਰੈਕਟ ਇਨ ਟੱਚ ਰਹਿੰਦਾ ਹੈਗਾ ਐਂਡ ਕਾਲਜ ਇਹਨਾਂ ਨੂੰ ਡਾਇਰੈਕਟ ਇੰਟੀਮੇਸ਼ਨਸ ਕਰਦਾ ਰਹਿੰਦਾ ਹੈਗਾ। ਦੈਨ ਇਹਨਾਂ ਦੀ ਇੰਪਲੋਇਮੈਂਟਸ ਦੀ ਇੰਟਰਵਿਊ ਸ਼ੁਰੂ ਕਰਵਾਉਂਦਾ ਆਫਟਰ ਦੇ ਪਾਸ ਸਰਟਨ ਸਟੇਜਸ ਆਫ ਦੀ ਕੋਰਸ। ਸੋ ਇਟਸ ਅ ਲੈਂਥੀ ਪ੍ਰੋਸੈਸ। ਸੋ ਅਗਰ ਅੱਜ ਵੀ ਕੋਈ ਇਸ ਪ੍ਰੋਸੈਸ ਦੇ ਅੰਦਰ ਆਉਂਦਾ ਹੈਗਾ, ਇਟ ਟੇਕਸ ਹਰ ਔਰ ਹਿਮ 6 to 9 months ਬਿਫੋਰ ਦੀ ਵੀਜ਼ਾ ਇਹਨਾਂ ਦਾ ਅਪਲਾਈ ਹੁੰਦਾ।
ਸੋ ਕਿਸੇ ਵੀ ਕੰਟਰੀ ਦੇ ਲਈ ਜਦੋਂ ਕੋਈ ਵੀ ਇਨਸਾਨ ਬਾਹਰ ਜਾਂਦਾ, ਵਿਦੇਸ਼ ਜਾਂਦਾ, ਚਾਹਵਾਨ ਅਪਲਾਈ ਕਰਦਾ, ਚਾਹੇ ਸਟੂਡੈਂਟ ਵੀਜ਼ਾ ਹੈ, ਚਾਹੇ ਵਰਕ ਵੀਜ਼ਾ ਹੈ, ਤਾਂ ਸਭ ਤੋਂ ਵੱਡਾ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਐਕਸਪੈਂਸਿਸ ਔਰ ਫੰਡਸ। ਇਹਦੇ ਲਈ ਕਿੰਨੇ ਕੁ ਫੰਡਸ ਸ਼ੋ ਕਰਨੇ ਪੈਂਦੇ ਆ ਜਾਂ ਐਕਸਪੈਂਸਿਸ ਕਿੰਨੇ ਕੁ ਆ ਜਾਂਦੇ ਸਰ? ਡੈਫੀਨੇਟਲੀ ਜੀ, ਇਸ ਦੇ ਵਿੱਚ ਜਿਹੜੀ ਮੇਨ ਐਕਸਪੈਂਸ ਹੈਗਾ ਜੀ, ਜਿਹੜੀ ਟਿਊਸ਼ਨ ਫੀਸ ਇਹਨਾਂ ਨੇ ਸਟੱਡੀ ਵਾਸਤੇ ਭਰਨੀ ਹੈ ਜੀ ਸੋ ਜਿਹੜਾ ਸਰਟੀਫਿਕੇਟ 3 ਇੰਡੀਵਿਜੂਅਲ ਸਪੋਰਟ ਕੇਅਰ ਵਰਕਰ ਹੈਗਾ, ਇਹਦੀ ਜਿਹੜੀ ਫੀਸ ਹੈ $18,500 ਹੈ। ਜੀ ਐਂਡ ਦੀ ਬੈਸਟ ਪਾਰਟ ਇਜ਼ ਇਹਨਾਂ ਨੇ ਪਾਰਟਸ ਪੇ ਕਰਨੀ ਹੈ, ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਜਿਹੜਾ ਬੇਸਿਕ ਫੀਸਿਸ ਹੈਗੇ ਐਂਡ ਫਿਊ ਅਦਰ ਫੀਸਿਸ ਐਂਡ ਆਫ ਕੋਰਸ ਸਾਡੇ ਥੋੜੇ ਬਹੁਤ ਸਰਵਿਸ ਚਾਰजेस ਆ ਦੇ, ਜੀ ਬਟ ਐਕਸਪੈਂਸ ਜ਼ਿਆਦਾ ਨਹੀਂ ਹੈਗਾ। ਇਟ ਇਜ਼ ਈਵਨ ਚੀਪਰ ਦੈਨ ਗੋਇੰਗ ਔਨ ਅ ਸਟੂਡੈਂਟ ਵੀਜ਼ਾ। ਜੀ And secondly, they don't have to struggle. अगर ਇਹਨਾਂ ਦਾ work, if they start working with a particular community center, and ਅਗਰ ਉਹ community center ਨਾਲ ਖੁਸ਼ ਹੈ, if they're happy, ਕਿਉਂਕਿ ਇਹਨਾਂ ਦਾ ਡੋਇਜ਼ਰ ਬਣ ਜਾਂਦਾ ਡੇ 1 ਤੇ। ਇਹਨਾਂ ਦੀ ਪ੍ਰੋਗਰੈਸ਼ਨ ਦੇਖਦੇ ਹੈਗੇ ਕਿ ਇਹਨਾਂ ਦੀ ਆਵਰਲੀ ਡਿਊਟੀ ਜਿਹੜੀ ਕਰਦੇ ਕਿੱਦਾਂ ਆਪਣੇ ਆਪ ਨੂੰ ਮੇਨਟੇਨ ਕਰ ਰਹੇ, ਕਿੱਦਾਂ ਆਸਟ੍ਰੇਲੀਅਨ ਸਿਸਟਮ ਨੂੰ ਅਡੈਪਟ ਕਰ ਰਹੇ ਐਂਡ ਉਹ ਫੋਲੋ ਕਰ ਰਹੇ। ਸੋ ਸੇਮ ਕੰਪਨੀਜ਼ ਕੈਨ promote them, same companies can even sponsor them for permanent immigrations. So ਇੱਕ permanent immigration ਦਾ ਇੱਕ ਆਪਸ਼ਨ ਮਿਲ ਜਾਂਦਾ। ਦੇਖੋ, I don't say ਕਿ ਤੁਸੀਂ ਪੜ੍ਹ ਕੇ ਅਗਰ ਵਰਕ ਕਰਨ ਜਾ ਰਹੇ ਹੋ, permanent immigration 100% ਹੈ, but what I'm saying, possibilities are there. And the best part is, ਅਗਰ ਕੋਈ ਬੱਚਾ ਸਟੂਡੈਂਟ ਵੀਜ਼ਾ ਜਾਂਦਾ, ਪਹਿਲੇ 3 ਸਾਲ ਪੜ੍ਹਦਾ ਹੈ, ਫਿਰ ਪੋਸਟ ਸਟੱਡੀ ਵਰਕ ਆਉਂਦਾ ਉਸਦਾ। ਸੋ ਦਿਸ ਇਜ਼ ਡੇ 1 ਤੇ ਯੂ ਆਰ ਅਪਲਾਈਂਗ, ਯੂ ਆਰ ਵਰਕਿੰਗ ਫੁੱਲ ਟਾਈਮ ਐਂਡ $31 an hour ਅਗਰ ਤੁਸੀਂ ਕੈਲਕੂਲੇਟ ਕਰੋ, ਇਟਸ ਅ ਗੁੱਡ ਅਮਾਊਂਟ ਆਫ ਸੈਲਰੀ ਜਿਹੜਾ ਬੱਚੇ ਸਾਲ 'ਚ ਕਮਾ ਲੈਂਦੇ। ਸੋ ਅਗਰ ਕੋਈ ਨਰਸਿੰਗ ਦੇ ਲਈ ਜਾ ਰਿਹਾ ਹੈ ਸਰ, ਤਾਂ ਇੱਕ ਹੁੰਦੇ ਨੇ ਇੰਪੋਰਟੈਂਟ ਡਾਕੂਮੈਂਟਸ, ਆਪਾਂ ਜਦੋਂ ਫਾਈਲ ਲਗਾਉਂਦੇ ਆ ਤਾਂ ਉਹ ਡਾਕੂਮੈਂਟੇਸ਼ਨ ਕਿਹੜੀ ਉੱਥੇ ਚਾਹੀਦੀ ਹੁੰਦੀ ਹੈ ਆਪਾਂ ਨੂੰ? ਦੇਖੋ, ਜਿਹੜੇ ਬੱਚੇ ਇਸ ਪ੍ਰੋਜੈਕਟ ਦੇ ਥਰੂ ਜਾ ਰਹੇ ਜਾਂ ਇਸ ਪ੍ਰੋਸੈਸ ਦੇ ਥਰੂ ਜਾ ਰਹੇ, ਉਹਨਾਂ ਦਾ ਮੇਨ ਡਾਕੂਮੈਂਟੇਸ਼ਨ ਤੇ ਇੱਕ ਤੇ ਇਹਨਾਂ ਨੇ ਕੋਰਸ ਕੰਪਲੀਟ ਕਰਨਾ ਆਨਲਾਈਨ, ਜਿਹੜਾ ਕਿ ਕਾਲਜ ਕਰਵਾ ਰਿਹਾ। ਉਸ ਤੋਂ ਬਾਅਦ ਇੱਕ NMAC ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਉਹ ਕਰਾਉਣੀ ਪੈਂਦੀ ਹੈ, ਪਲੱਸ PCC ਮੈਡੀਕਲ, ਥੀਸ ਆਰ ਦੀ ਪ੍ਰੋਸੈਸਿਸ। ਹਾਂ, ਦੀ ਬੈਸਟ ਪਾਰਟ ਇਸ ਦੇ ਵਿੱਚ ਫੰਡਿੰਗ ਸ਼ੋ ਨਹੀਂ ਕਰਨੀ ਪੈਂਦੀ। ਸੋ ਸਟੂਡੈਂਟ ਡਜ਼ ਨਾਟ ਹੈਵ ਟੂ ਸ਼ੋ 30 lakhs or 40 lakhs ਟੂ ਅਪਲਾਈ ਫॉर ਅ ਵੀਜ਼ਾ। ਸੋ ਦੇ ਕੈਨ ਅਪਲਾਈ ਐਂਡ ਸਾਰਾ ਕਾਲਜ, ਉਹਨਾਂ ਦੇ ਮਾਰਾ ਏਜੰਟਸ, ਸਾਰਾ ਪ੍ਰੋਸੈਸ ਆਸਟ੍ਰੇਲੀਆ ਤੋਂ ਹੁੰਦਾ ਜੀ। ਸਾਡਾ ਸਿਰਫ ਹੈਗਾ ਦੈਟ ਵੀ ਐਡਵਾਈਜ਼ them, we get them into the admissions and rest college takes over. ਸੋ ਜਿਵੇਂ ਕਿ ਸਰ ਨੇ ਕਿਹਾ ਕਿ ਇਹਦੇ ਲਈ ਤੁਹਾਨੂੰ ਫੰਡਿੰਗ ਸ਼ੋ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਈਜ਼ੀਲੀ ਤੁਸੀਂ ਇਸ ਵੀਜ਼ਾ ਦੇ ਲਈ ਜੋ ਹੈ ਅਪਲਾਈ ਕਰ ਸਕਦੇ ਹੋ। ਹੋਰ ਵੀ ਕਈ ਅਹਿਮ ਜਾਣਕਾਰੀਆਂ ਇਹਨਾਂ ਦੇ ਕੋਲੋਂ ਅਗਰ ਤੁਸੀਂ ਲੈਣਾ ਚਾਹੁੰਦੇ, ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ, ਪੁੱਛਣਾ ਚਾਹ ਰਹੇ ਹੋ, ਤਾਂ ਇਹਨਾਂ ਦੇ ਜੋ ਨੰਬਰ ਆ ਉਹ ਆਪਣੀ ਸਕਰੀਨ ਤੇ ਫਲੈਸ਼ ਕਰ ਰਿਹਾ, ਨੰਬਰ ਤੁਸੀਂ ਨੋਟ ਕਰੋ, ਕਿਸੇ ਵੀ ਵੇਲੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਸਰ ਦੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਦਰਵਾਈਜ਼ ਇਹਨਾਂ ਦਾ ਜੋ ਹੈੱਡ ਆਫਿਸ ਆ ਉਹ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹੈ, ਕਿਸੇ ਵੀ ਟਾਈਮ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਟੀਮ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਊਗੀ, ਕਿਉਂਕਿ ਪਿਛਲੇ 30 ਸਾਲ ਤੋਂ ਵੀਜ਼ਾ ਸਰਵਿਸਿਜ਼ ਕਨੈਕਟ ਓਵਰਸੀਜ਼ ਦੇ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ, ਸੋ ਤੁਸੀਂ ਵੀ ਇਸ ਦਾ ਜੋ ਹੈ ਫਾਇਦਾ ਉਠਾ ਸਕਦੇ ਹੋ। ਸੋ ਜਿਵੇਂ ਕਿ ਆਪਾਂ ਨਰਸਿੰਗ ਵੀਜ਼ਾ ਦੀ ਗੱਲ ਕਰ ਰਹੇ ਸਰ, ਇਹਦਾ ਜੋ ਵੀਜ਼ਾ ਸਕਸੈਸ ਰੇਟ ਹੈ ਉਹ ਕਿੰਨਾ ਕੁ ਜ਼ਿਆਦਾ ਹੈ? ਟੈਕਨੀਕਲੀ ਇਟ ਇਜ਼ ਨਾਟ ਅ ਸਟੂਡੈਂਟ ਵੀਜ਼ਾ। ਸੋ ਇਹਦੇ 'ਚ ਅਗਰ ਤੁਹਾਡੇ ਪ੍ਰੋਸੈਸਿਸ ਠੀਕ ਹੈ, ਸਾਰਾ ਕੁਝ ਠੀਕ ਹੈ, ਇਟਸ ਆਲਮੋਸਟ 100%, almost 99.9%, I never say 100% to even student visa. ਹਾਂ, 1% ਕਿਸ ਦਾ ਮੈਡੀਕਲ ਪਾਸ ਨਹੀਂ ਹੁੰਦਾ ਜਾਂ ਕੋਈ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਲੱਗੀ ਹੋਈ, ਪੋਸੀਬਿਲਿਟੀ ਆ ਦੇਰ ਕੇ ਮਨਾ ਕਰ ਦੇਣਗੇ। ਬਟ ਅਗਰ ਦਰਸ਼ਕ ਇਹ ਸਮਝਣਾ ਚਾਹਣ, ਦੇਰ ਇਜ਼ ਅ ਹਿਊਜ ਸ਼ਾਰਟੇਜ ਫॉर ਕਮਿਊਨਿਟੀ ਵਰਕਰਸ ਆਲ ਅਕ੍ਰੋਸ ਆਸਟ੍ਰੇਲੀਆ। ਇਹ ਜਿਹੜੀ ਸ਼ਾਰਟੇਜ ਆਸਟ੍ਰੇਲੀਆ ਇਕੱਲੀ ਨਹੀਂ ਹੈਗੀ, ਕੋਵਿਡ ਤੋਂ ਬਾਅਦ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਯੂਜ ਹੈ, ਨਿਊਜ਼ੀਲੈਂਡ ਵੀ ਬਹੁਤ ਜ਼ਿਆਦਾ ਯੂਜ ਹੈ, ਔਰ UK ਵੀ ਬਹੁਤ ਜ਼ਿਆਦਾ ਯੂਜ ਹੈ। ਹਰ ਕੰਟਰੀ ਦਾ ਡਿਫਰੈਂਟ ਪ੍ਰੋਸੈਸ ਹੈ, ਬਟ ਸਿੰਸ ਵੀ ਆਰ ਟਾਕਿੰਗ ਔਨ ਆਸਟ੍ਰੇਲੀਆ, ਸੋ ਮੈਂ ਆਸਟ੍ਰੇਲੀਆ ਦੀ ਇਨਫੋਰਮੇਸ਼ਨ ਦੇ ਰਿਹਾ। ਬਟ ਐਨੀ ਕੈਂਡੀਡੇਟ ਕੋਈ ਅਗਰ ਚਾਹੁੰਦਾ ਹੈ ਕਿ ਮੈਂ ਨਿਊਜ਼ੀਲੈਂਡ ਜਾਣਾ ਹੈ, UK ਜਾਣਾ, ਵੀ ਕੈਨ ਟਾਕ ਔਨ ਦੈਟ। ਸੋ ਪ੍ਰੋਸੈਸ ਇੰਨਾ ਡਿਫਿਕਲਟ ਨਹੀਂ ਹੈ ਜੀ, ਬਟ ਯੈਸ, ਟਾਈਮ ਪੀਰੀਅਡ 6 to 9 months ਇਜ਼ ਦੀ ਪ੍ਰੋਸੈਸਿੰਗ ਟਾਈਮ ਜਿਹੜਾ ਲੱਗ ਜਾਏਗਾ। ਦੀ ਡੇ ਉਹ ਸਾਡੇ ਆਫਿਸ ਵਿਜ਼ਿਟ ਕਰਦੇ, ਆਪਣਾ ਕੋਰਸ ਸਟਾਰਟ, ਆਪਣਾ ਪ੍ਰੋਸੈਸ ਸਟਾਰਟ ਕਰਦੇ, ਦੀ ਟਾਈਮ ਪੀਰੀਅਡ 6 to 9 months। ਸੋ ਜਿਵੇਂ ਕਿ ਸਰ ਤੁਸੀਂ ਗੱਲ ਕੀਤੀ ਹੈ ਕਿ ਆਪਾਂ 100% ਸ਼ੋਰ ਨਹੀਂ ਕਹਿ ਸਕਦੇ, ਕਿਉਂਕਿ 100% ਗਾਰੰਟੀ ਕਿਸੇ ਵੀ ਚੀਜ਼ ਦੀ ਨਹੀਂ ਲਈ ਜਾ ਸਕਦੀ। ਸੋ ਰਿਜੈਕਸ਼ਨ ਦੇ ਅਗਰ ਕੋਈ ਚਾਂਸਸ ਹੁੰਦੇ ਆ, ਚਾਹੇ ਉਹ 1% ਹੈ, ਚਾਹੇ ਉਹ 2% ਹੈ, ਕੀ ਚਾਂਸਸ ਹੁੰਦੇ ਆ ਕਿ ਕਿਸ ਕਾਰਨਾਂ ਕਰਕੇ ਰਿਜੈਕਸ਼ਨ ਇਸ ਵੀਜ਼ਾ ਦੇ ਵਿੱਚ ਆ ਸਕਦੀ ਹੈ? ਮੇਨਲੀ ਇੰਪਲੋਇਮੈਂਟ ਦਾ ਜਿਹੜੀ ਵੈਰੀਫਿਕੇਸ਼ਨਸ ਆ, ਵਨ ਇਜ਼ ਦੈਟ ਇੰਪਲੋਇਮੈਂਟ ਵੈਰੀਫਿਕੇਸ਼ਨ।
ਸੈਕਿੰਡ ਅਗਰ ਕਿਸੇ ਦਾ ਮੈਡੀਕਲ ਪਾਸ ਨਹੀਂ ਹੁੰਦਾ ਉਹ ਡਿਲੇ ਹੋ ਸਕਦਾ ਹੈਗਾ, ਉਹ ਰਿਜੈਕਟ ਨਹੀਂ ਹੁੰਦਾ ਕੇਸ। ਸੋ ਅਗਰ ਤੁਹਾਡੀ ਵੈਰੀਫਿਕੇਸ਼ਨਸ ਮੇਨ ਹੈ ਜੀ, ਇਹਦੇ ਅੰਦਰ ਜਿਹੜੀ ਡਾਕੂਮੈਂਟੇਸ਼ਨ ਹੈ ਸਿਰਫ ਮੇਨਲੀ ਐਕੈਡੈਮਿਕ ਡਾਕੂਮੈਂਟੇਸ਼ਨ ਹੈ ਜਿਹੜੀ ਕਿ ਨਰਸਿੰਗ ਬੋਰਡ ਤੋਂ ਵੈਰੀਫਾਈ ਹੁੰਦੀ ਹੈ। ਜਦ ਤੱਕ ਇੰਡੀਅਨ ਨਰਸਿੰਗ ਬੋਰਡ ਉਹਨਾਂ ਨੂੰ ਈਮੇਲ ਪਾ ਕੇ ਕਨਫਰਮ ਨਹੀਂ ਕਰਦਾ ਤਦ ਤੱਕ ਪ੍ਰੋਸੈਸ ਨਹੀਂ ਸ਼ੁਰੂ ਹੁੰਦਾ ਜੀ। ਜੀ ਸੋ ਇਹਦੇ ਵਿੱਚ ਕੋਈ ਇੰਟਰਵਿਊਜ਼ ਵਗੈਰਾ ਵੀ ਹੁੰਦੀ ਹੈ ਸਰ? ਡੈਫੀਨੇਟਲੀ ਜੀ, ਅਗਰ ਕੋਈ ਕਾਲਜ ਵਾਲੇ ਤੁਹਾਨੂੰ ਕਿਸੇ ਇੰਪਲੋਇਰ ਨਾਲ ਮਿਲਾਣਗੇ ਘੱਟ ਤੋਂ ਘੱਟ 2 ਜਾਂ 3 ਇੰਟਰਵਿਊਜ਼ ਹੁੰਦੀ ਹੈ ਜਿਸ ਦੀ ਤਿਆਰੀ ਅਸੀਂ ਕਰਾਣੇ ਇੰਡੀਆ ਬੈਠ ਕੇ। ਸੋ ਮੇਰਾ ਸਟਾਫ ਤਿਆਰੀ ਕਰਾਏਗਾ। ਦੀ ਇੰਟਰਵਿਊਜ਼ ਆਰ ਅਰੇਂਜ ਬਾय ਦ ਕਾਲਜ ਐਂਡ ਉਹਨਾਂ ਨੂੰ 2 ਚਾਂਸ ਮਿਲਦੇ ਹੈ। ਅਗਰ 2 ਚਾਂਸ ਦੇ ਵਿੱਚੋਂ ਕੋਈ ਨਹੀਂ ਕਨਵਿੰਸ ਕਰ ਪਾਉਂਦੇ ਐਂਡ ਇਫ 2 EMPLOYEES ਰਿਜੈਕਟ ਕਰ ਦਿੰਦੇ ਤੇ ਕਾਲਜ ਇਜ਼ ਨਾਟ ਇੰਟਰਸਟਿਡ। ਅਗਰ ਕਾਲਜ ਨਹੀਂ ਇੰਟਰਸਟਿਡ ਹੋਗਾ, ਉਹਨਾਂ ਦਾ ਕੋਈ ਪ੍ਰੋਸੈਸਿੰਗ ਪੈਸਾ ਨਹੀਂ ਲੱਗਦਾ। ਦੇ ਜਸਟ ਕਮ ਇਫ ਦੇ ਆਰ ਰਿਜੈਕਟਡ ਇਨ ਇੰਟਰਵਿਊ ਦੇ ਕੈਨ ਟੇਕ ਦੀ ਕੇਸ ਬੈਕ, ਫਿਰ ਕਿਸੇ ਹੋਰ ਕੈਟੇਗਰੀ 'ਚ ਅਪਲਾਈ ਕਰ ਸਕਦੇ ਹੈ। ਸੋ ਜਿੱਦਾਂ ਕਿ ਇੰਟਰਵਿਊਜ਼ ਹੁੰਦੀ ਹੈ ਸਰ, ਇਹ ਇੰਟਰਵਿਊਜ਼ ਉਹਨਾਂ ਦੇ ਅਕੋਰਡਿੰਗਲੀ ਸੈੱਟ ਕੀਤੀਆਂ ਜਾਂਦੀਆਂ ਜਾਂ ਫਿਰ ਜੋ ਅਪਲਾਈ ਕਰ ਰਿਹਾ ਜਦੋਂ ਉਹਨੂੰ ਲੱਗਦਾ ਹੈ ਕਿ ਹਾਂ ਮੈਂ ਇੰਟਰਵਿਊ ਦੇਣ ਦੇ ਕਾਬਿਲ ਹੋ ਚੁੱਕਿਆ, ਤਿਆਰੀ ਹੋ ਚੁੱਕੀ ਹੈ, ਉਦੋਂ ਉਹ ਕਿਸੇ ਵੀ ਟਾਈਮ ਆਪਣੀ ਇੰਟਰਵਿਊ ਕਰਵਾ ਸਕਦਾ ਹੈ? ਇੰਟਰਵਿਊ ਉਹਨਾਂ ਦੀ ਮਰਜ਼ੀ ਹੈ ਜੀ, ਪਰ ਡੇ 1 ਤੇ ਜਦ ਸਾਡੇ ਕੋਲ ਕਲਾਇੰਟ ਆਉਂਦਾ ਅਸੀਂ ਉਹਦੀ ਤਿਆਰੀ ਸ਼ੁਰੂ ਕਰ ਦਿੰਦੇ ਹਾਂ। ਦੇਰ ਇਜ਼ 2 ਸੈਟ ਆਫ ਤਿਆਰੀ ਜਿਹੜੇ ਸਾਡੇ ਆਫਿਸ ਸ਼ੁਰੂ ਹੁੰਦੀ ਹੈ, ਫਿਰ ਇੱਕ ਮੌਕ ਇੰਟਰਵਿਊ ਸਾਡਾ ਆਫਿਸ ਲੈਂਦਾ, ਚੌਥਾ ਇੰਟਰਵਿਊ ਲੈਂਦਾ ਕਾਲਜ। ਫਿਰ ਜਦ ਕਾਲਜ ਕਨਵਿੰਸ ਹੋਏਗਾ, ਕਾਲਜ ਕਨਵਿੰਸ ਹੋਣਾ ਬੜਾ ਜ਼ਰੂਰੀ ਹੈ ਕਿ ਬੱਚਾ ਇੰਗਲਿਸ਼ ਬੋਲ ਸਕਦਾ ਹੈ, ਉਸ ਤੋਂ ਬਾਅਦ ਉਹ ਇੰਪਲੋਇਰਸ ਨੂੰ ਮਿਲਾਏਗਾ। ਉਸ ਤੋਂ ਬਾਅਦ ਉਹ 2 ਸੈਟ ਆਫ ਇੰਪਲੋਇਰਸ ਨੂੰ ਮਿਲਾਏਗਾ। ਜੇ ਇੱਕ ਇੰਪਲੋਇਰ ਤੋਂ ਅਗਰ ਰਿਜੈਕਸ਼ਨ ਆ ਜਾਂਦੀ ਹੈ ਕੋਈ ਗੱਲ ਨਹੀਂ, ਸੈਕਿੰਡ ਇੰਪਲੋਇਰ ਨੂੰ ਮਿਲਾਣਗੇ। ਬਟ ਅਗਰ ਸੈਕਿੰਡ ਇੰਪਲੋਇਰ ਤੋਂ ਰਿਜੈਕਸ਼ਨ ਆ ਜਾਂਦੀ ਹੈ ਉਹ ਕੈਂਡੀਡੇਟ ਦੇ ਵਿੱਚ ਇੰਟਰਸਟ ਲੂਜ਼ ਕਰ ਜਾਂਦੇ ਬਿਕੋਜ਼ ਉਹ ਕਹਿੰਦੇ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ। ਸੋ ਸਟੂਡੈਂਟ ਨੋਟ ਪ੍ਰੈਪਰੇਸ਼ਨ ਵਾਸਤੇ ਅਸੀਂ ਤਿਆਰੀ ਕਰਾਉਂਦੇ ਹਾਂ ਐਂਡ ਸਾਡੀ ਤਿਆਰੀ ਕਾਫੀ ਅਗਰੈਸਿਵ ਹੈ। There are many nurses in pipeline. This is some visas I'm showing. ਪਿਛਲੇ ਸਾਲ ਵੀ ਅਸੀਂ nurses ਭੇਜੀਆਂ ਸੀਗੀਆਂ and some visas are already in process. So ਸਿਸਟਮ ਚੱਲਦਾ ਰਹਿੰਦਾ ਜੀ। ਸੋ ਅਗਰ ਕੋਈ ਨਰਸਿੰਗ ਵੀਜ਼ਾ ਤੇ ਵਿਦੇਸ਼ ਜਾ ਰਿਹਾ ਹੈ, ਉਹਦੇ ਨਾਲ ਅਗਰ ਫੈਮਿਲੀ ਨੇ ਵੀ ਜਾਣਾ ਹੋਵੇ ਜਾਂ ਫਿਰ ਕੋਈ ਮੈਰਿਡ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ, ਉਹ ਕਿੰਨਾ ਕੁ ਆਸਾਨ ਉਹਦੀ ਪ੍ਰੋਸੈਸ ਹੈਗੀ ਹੈ, ਲੈ ਕੇ ਜਾ ਸਕਦੇ ਆ ਜਾਂ ਫਿਰ ਨਹੀਂ? ਜਿਵੇਂ ਕਿ ਸਟੂਡੈਂਟ ਵੀਜ਼ਾ ਤੋਂ ਬਾਅਦ ਵੀ ਕਈ ਬੱਚੇ ਹੁੰਦੇ ਆ ਥੋੜੇ ਟਾਈਮ ਬਾਅਦ ਆਪਣੇ ਪੇਰੈਂਟਸ ਨੂੰ ਬੁਲਾ ਲੈਂਦੇ, ਵਿਜ਼ਿਟਰ ਵੀਜ਼ਾ ਤੇ ਕਹਿ ਸਕਦੇ ਹਾਂਜੀ। ਇਸ ਕੈਟੇਗਰੀ ਦੇ ਵਿੱਚ ਜਿਹੜੇ ਬੱਚੇ ਹੈ ਜਾਂ ਹਸਬੈਂਡ ਹੈ ਨਾਲ ਨਹੀਂ ਜਾ ਪਾ ਰਹੇ ਬਿਕੋਜ਼ ਕਾਲਜ ਰਿਸਪੌਂਸਿਬਿਲਟੀ ਨਹੀਂ ਲੈਣਾ ਚਾਹ ਰਿਹਾ। ਬਟ ਜਦ ਸਟੂਡੈਂਟ ਜਦ ਐਪਲੀਕੈਂਟ ਉੱਥੇ ਪਹੁੰਚ ਜਾਂਦਾ ਹੈ ਵੈਨ ਹੀ ਸਟਾਰਟਸ ਵਰਕ ਕਰਨ ਦੇ ਦੌਰਾਨ ਦੇ ਕੈਨ ਇਨਵਾਈਟ ਦੇਅਰ ਸਪਾਊਸ ਐਂਡ ਬੱਚੇ ਔਨ ਡਿਪੈਂਡੈਂਟ ਵੀਜ਼ਾ। ਸੋ ਉਹ ਉਹਨਾਂ ਨੂੰ ਅਲਾਊਡ ਹੈਗਾ। ਸੋ ਬਾਕੀ ਰਹੇਗੀ ਗੱਲ ਪੈਰੈਂਟਸ ਦੀ, ਦੈਟਸ ਅ ਸੈਪਰੇਟ ਥਿੰਗ, ਉਹ ਟੂਰਿਸਟ ਵੀਜ਼ੇ ਹੁੰਦੇ। ਬਾਕੀ ਹਸਬੈਂਡ ਐਂਡ ਬੱਚੇ ਆਰ ਅਲਾਊਡ on your dependent visa ਔਰ ਉਹਨਾਂ ਨੂੰ ਮਿਲ ਜਾਏ। ਸਾਡੇ ਪੁਰਾਣੇ ਜਿਹੜੇ ਲਾਸਟ ਈਅਰ ਨਰਸਿਸ ਗਏ ਸੀ ਉਹਨਾਂ ਦੇ ਫੈਮਿਲੀਜ਼ ਵੀ ਜਾ ਚੁੱਕੀਆਂ ਹੁਣ ਜੀ। ਸੋ ਸਭ ਤੋਂ ਵੱਡੀ ਗੱਲ ਕਿ ਵੀਜ਼ਾ ਪ੍ਰੋਸੈਸ ਇਸ ਦੀ ਜੋ ਹੈਗੀ ਆ ਉਹ ਕਿੰਨੇ ਟਾਈਮ ਦੀ ਹੁੰਦੀ ਹੈ ਸਰ? ਅਗਰ ਆਪਾਂ ਅਪਲਾਈ ਕਰਦੇ ਹਾਂ ਕਿੰਨੇ ਟਾਈਮ ਬਾਅਦ ਆਪਾਂ ਵੀਜ਼ਾ ਅਪਰੂਵ ਹੋ ਕੇ ਆ ਜਾਂਦਾ ਹੈ? ਦੇਖੋ ਜਿਹੜੀ ਕੈਟੇਗਰੀ ਬੰਦ ਕੀਤੀ ਹੈ 408 ਉਹ 23 ਸਪਟੈਂਬਰ ਨੂੰ ਬੰਦ ਹੋਈ ਹੈ। ਉਹਦੇ ਵਿੱਚ ਇੱਕ ਦਿਨ 'ਚ ਗ੍ਰਾਂਟ ਆਇਆ, ਜਿਨ੍ਹਾਂ ਦਾ ਮੈਡੀਕਲ ਹੋਇਆ ਸੀ ਇੱਕ ਦਿਨ 'ਚ ਵੀਜ਼ਾ ਗ੍ਰਾਂਟ ਹੈ। ਜਿਹੜਾ ਸਬ ਕਲਾਸ 482 ਹੈ ਉਹਦੇ 1 ਮੰਥ ਦੀ ਪੋਸੀਬਿਲਿਟੀ ਹੈ ਐਂਡ ਦੇਰ ਇਜ਼ ਅਨਦਰ ਟ੍ਰੇਨਿੰਗ ਵੀਜ਼ਾ 407 ਸੋ ਉਹਦੇ ਵਿੱਚ ਵੀ 3 to 4 ਮੰਥਸ ਹੈ। ਸੋ ਤਾਂ ਹੀ ਅਸੀਂ ਤੁਹਾਨੂੰ ਸਾਰਾ ਪ੍ਰੋਸੈਸ ਦਾ ਟਾਈਮ 6 to 9 ਮੰਥਸ ਕਹਿ ਰਹੇ ਹਾਂ। ਅਗਰ ਕੱਲ੍ਹ ਤੋਂ ਇੱਕ ਅੱਧਾ ਪਰਸੈਂਟ ਲੇਟ ਵੀ ਹੋ ਤਾਂ 10 ਮਿੰਟ ਲੱਗ ਸਕਦੇ ਹੈਗੇ, ਬਟ ਨਾਰਮਲੀ 9 ਮੰਥਸ ਦੇ ਵਿੱਚ ਸਾਰੀ ਪੋਸੀਬਿਲਿਟੀ ਪ੍ਰੋਸੈਸ ਦੀ ਹੋ ਜਾਂਦੀ ਜੀ। ਸੋ ਇੱਕ ਆਖਰੀ ਸਵਾਲ ਸਰ ਪੀਆਰ ਨੂੰ ਲੈ ਕੇ, ਕਿਉਂਕਿ ਜਦੋਂ ਵੀ ਆਸਟ੍ਰੇਲੀਆ ਦਾ ਨਾਮ ਆਉਂਦਾ ਹੈ ਤਾਂ ਪੀਆਰ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਆਉਂਦੇ ਆ ਕਿ ਆਸਟ੍ਰੇਲੀਆ ਬਹੁਤ ਜਲਦੀ ਪੀਆਰ ਨਹੀਂ ਦਿੰਦਾ, ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਬਾਅਦ ਹੈ, ਵਰਕ ਵੀਜ਼ਾ ਤੋਂ ਬਾਅਦ ਵੀ ਕਾਫੀ ਟਾਈਮ ਲੱਗ ਜਾਂਦਾ। ਸੋ ਅਗਰ ਨਰਸਿੰਗ ਦੇ ਬੇਸ ਤੇ ਅਪਲਾਈ ਕਰ ਰਿਹਾ ਤਾਂ ਪੀਆਰ ਲੈਣੀ ਉਹਨਾਂ ਨੂੰ ਕਿੰਨੀ ਕੁ ਸੌਖੀ ਹੁੰਦੀ ਹੈ ਜਾਂ ਕਿੰਨੀ ਕੁ ਔਖੀ ਹੁੰਦੀ ਹੈ? ਇਟਸ ਅ ਵੈਰੀ ਕੰਪਲੀਕੇਟਿਡ ਕੁਐਸਚਨ ਬਾਨਿਤ, ਬਟ ਮੈਂ ਕਲੈਰੀਫਾਈ ਕਰਦਾ। ਜਿਹੜੇ ਬੱਚੇ ਉੱਥੇ ਚਲੇ ਵੀ ਜਾਂਦੇ ਹੈਗੇ ਔਨ ਅਰਾਈਵਲ ਜਾ ਕੇ ਅਗਰ 7 ਬੈਂਡ ਇਨ ਈਚ ਮੋਡਿਊਲ ਲੈ ਲੈਂਦੇ ਹੈਗੇ ਉਹ ਇਮੀਡੀਏਟਲੀ ਆਪਣੇ ਆਪ ਦਾ ਨਰਸਿੰਗ ਬੋਰਡ ਦਾ ਰਜਿਸਟ੍ਰੇਸ਼ਨ ਕਰਾ ਕੇ ਆਪਣੀ ਪੀਆਰ ਪਾ ਸਕਦੇ ਆ। OET ਅਗਰ ਪਾਸ ਕਰ ਲੈਣ, ਨੈਟਫਲਿਕਸ ਦਾ ਕੋਰਸ ਪਾਸ ਕਰ ਲੈਣ, ਉਹ ਨਾਲ ਦੀ ਨਾਲ ਆਪਣੀ ਪੀਆਰ ਪਾ ਸਕਦੇ ਆ। ਪਰ ਜਿਹੜੇ ਬੱਚੇ 7 ਈਚ ਨਹੀਂ ਲੈ ਸਕਦੇ ਪ੍ਰੋਬਬਲੀ ਅਗਰ ਉਹ ਪ੍ਰੋਪਰ ਜੌਬ ਕਰਦੇ ਨੇ ਤਾਂ ਦੇ ਕੈਨ ਬੀ ਸਪੋਂਸਰਡ ਬਾਈ ਦੀ ਕਮਿਊਨਿਟੀ ਸੈਂਟਰਸ। ਸੋ ਪੋਸੀਬਿਲਿਟੀਜ਼ ਆਰ ਦੇਅਰ। ਸੋ ਆਈ ਡੋਂਟ ਸੇ ਦੀ ਪੋਸੀਬਿਲਿਟੀਜ਼ ਨਾਟ ਦੇਅਰ। ਹਾਂ, ਜਿਹੜੇ ਅੱਜ ਦੀ ਡੇਟ ਆਲਰੇਡੀ ਜਿਹੜੇ ਨਰਸਿਸ ਸਾਡੀ ਕਾਫੀ ਨਰਸਿਸ ਜਿਸ ਤਰ੍ਹਾਂ BSc ਨਰਸਿਸ ਕਰਕੇ they've gone for masters of social work, master of healthcare management. ਅਗਰ ਉਹ ਮੇਰਾ ਪ੍ਰੋਗਰਾਮ ਦੇਖ ਰਹੇ ਹਨ they're already in Australia, they can contact me. ਮੈਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ immediately convert ਕਰਾ ਸਕਦਾ ਹੈਗਾ। So already there they can convert into this program and start their pathway for permanent residency. So that possibility is there.
ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ, ਜਿਨ੍ਹਾਂ ਦੇ ਨਾਲ ਨਰਸਿੰਗ ਵੀਜ਼ਾ ਰਿਲੇਟਡ ਖਾਸ ਗੱਲਬਾਤ ਆਪਾਂ ਕੀਤੀ। ਉਮੀਦ ਕਰਦੇ ਹਾਂ ਕਿ ਇਹ ਜੋ ਖਾਸ ਜਾਣਕਾਰੀ ਹੈ ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਸਾਬਿਤ ਰਹੀ ਹੋਵੇਗੀ। ਅਗਰ ਤੁਹਾਡੇ ਦਿਮਾਗ ਦੇ ਵਿੱਚ ਹੋਰ ਵੀ ਕੋਈ ਸਵਾਲ ਆ ਰਹੇ ਹੈ, ਆਪਣੇ ਤੋਂ ਮਿਸ ਹੋ ਚੁੱਕੇ ਹੈ, ਤਾਂ ਉਹ ਸਵਾਲ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ, ਕਿਉਂਕਿ ਇਹਨਾਂ ਦੇ ਜੋ ਨੰਬਰ ਹੈ ਉਹ ਆਪਣੀ ਸਕਰੀਨ ਤੇ ਫਲੈਸ਼ ਕਰ ਰਹੇ ਹੈ। ਨੰਬਰ ਤੁਸੀਂ ਨੋਟ ਕਰੋ, ਕਿਸੇ ਵੀ ਵੇਲੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਦਰਵਾਈਜ਼ ਚੰਡੀਗੜ੍ਹ ਸੈਕਟਰ 17 ਦੇ ਵਿੱਚ ਜਾ ਕੇ ਇਹਨਾਂ ਦਾ ਜੋ ਹੈੱਡ ਆਫਿਸ ਹੈ ਉੱਥੇ ਜਾ ਕੇ ਵਿਜ਼ਿਟ ਕਰੋ। ਟੀਮ ਦੇ ਵੱਲੋਂ ਪ੍ਰੋਪਰ ਗਾਈਡੈਂਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇਗੀ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਅਹਿਮ ਜਾਣਕਾਰੀਆਂ ਦੇ ਨਾਲ, ਵੀਜ਼ਾ ਰਿਲੇਟਡ ਖਾਸ ਜਾਣਕਾਰੀਆਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਸਾਡਾ ਪ੍ਰੋਗਰਾਮ ਡੈਸਟੀਨੇਸ਼ਨ ਅਵੇਅਰਨੈਸ। ਧੰਨਵਾਦ।